ਓਮ ਸ਼ਾਂਤੀ। ਅੱਜ ਸੁਣਦੇ ਹਾਂ 11 ਤਰੀਕ ਦੀ ਬਾਬਾ ਦੇ ਅਵਿਅਕਤ ਮਹਾਵਾਕਿਆ ਡਿਵਾਈਸ ਕੋਰਸ ਦੀ ਮੁਰਲੀ ਹੈ 31 ਮਾਰਚ 1986 ਦੀ। ਮੁਰਲੀ ਦਾ ਸਾਰ ਹੈ ਸਰਵ ਸ਼ਕਤੀ ਸੰਪੰਨ ਬਣਨ ਤੇ ਵਰਦਾਨ ਪਾਉਣ ਦਾ ਵਰਾ। ਸਰਵ ਸ਼ਕਤੀ ਸੰਪੰਨ ਬਣਨ ਤੇ ਵਰਦਾਨ ਪਾਉਣ ਦਾ ਵਰਾ। ਅੱਜ ਸਰਵ ਖਜ਼ਾਨਿਆਂ ਦੇ ਮਾਲਿਕ ਆਪਣੇ ਮਾਸਟਰ ਬੱਚਿਆਂ ਨੂੰ ਵੇਖ ਰਹੇ ਨੇ। ਬਾਲਕ ਸੋ ਮਾਲਕ ਕਿੱਥੋਂ ਤੱਕ ਬਣੇ ਹੋ, ਇਹ ਵੇਖ ਰਹੇ ਨੇ ਇਸ ਵਕਤ। ਜੋ ਸ੍ਰੇਸ਼ਟ ਆਤਮਾਵਾਂ ਸਰਵ ਸ਼ਕਤੀ ਦੇ ਸਰਵ ਖਜ਼ਾਨਿਆਂ ਦੇ ਮਾਲਕ ਬੰਦੇ ਨੇ, ਉਹ ਮਾਲਕ ਪਨੇ ਦੇ ਸੰਸਕਾਰ ਭਵਿੱਖ ਵਿੱਚ ਵੀ ਵਿਸ਼ਵ ਦੇ ਮਾਲਿਕ ਬਣਾਉਂਦੇ ਨੇ। ਤਾਂ ਕੀ ਵੇਖਿਆ, ਬਾਲਕ ਤਾਂ ਸਾਰੇ ਨੇ, ਬਾਬਾ ਤੇ ਮੈਂ। ਇਹ ਲਗਨ ਸਾਰੇ ਬੱਚਿਆਂ ਵਿੱਚ ਲੱਗੀ ਹੋਈ ਹੈ। ਬਾਲਕਪਨ ਦਾ ਨਸ਼ਾ ਤਾਂ ਸਭ ਵਿੱਚ ਹੈ, ਪਰ ਬਾਲਕ ਸੋ ਮਾਲਕ ਮਤਲਬ ਬਾਪ ਸਮਾਨ ਸੰਪੰਨ। ਤਾਂ ਬਾਲਕਪਨ ਦੀ ਸਥਿਤੀ, ਮਾਲਿਕਪਨ ਦੀ ਸਥਿਤੀ, ਇਸ ਵਿੱਚ ਫਰਕ ਵੇਖਿਆ। ਮਾਲਿਕਪਨ ਮਤਲਬ ਹਰ ਕਦਮ ਆਪੇ ਹੀ ਸੰਪੰਨ ਸਥਿਤੀ ਵਿੱਚ ਆਪਣਾ ਹੋਵੇਗਾ ਤੇ ਸਭ ਦੇ ਲਈ ਹੋਵੇਗਾ। ਇਸ ਨੂੰ ਕਹਿੰਦੇ ਨੇ ਮਾਸਟਰ। ਮਤਲਬ ਬਾਲਕ ਸੋ ਮਾਲਿਕ। ਮਾਲਕ ਆਪਣੀ ਵਿਸ਼ੇਸ਼ਤਾਵਾਂ ਜਿਨ੍ਹਾਂ ਨੇ ਹੀ ਮਾਲਿਕਪਨੇ ਦਾ ਨਸ਼ਾ, ਉਹਨਾਂ ਹੀ ਵਿਸ਼ਵ ਸੇਵਾਦਾਰੀ ਦੇ ਸੰਸਕਾਰ ਸਦਾ ਇਮਰਜ ਰੂਪ ਵਿੱਚ ਹਨ। ਜਿੰਨਾ ਹੀ ਮਾਲਿਕਪਨੇ ਦਾ ਨਸ਼ਾ, ਉਹਨਾਂ ਹੀ ਨਾਲ ਨਾਲ ਵਿਸ਼ਵ ਸੇਵਾਦਾਰੀ ਦਾ ਨਸ਼ਾ, ਦੋਵਾਂ ਦੀ ਸਮਾਨਤਾ ਹੋਵੇ। ਇਹ ਹੈ ਬਾਪ ਸਮਾਨ ਮਾਲਿਕ ਬਣਨਾ। ਤਾਂ ਇਹ ਰਿਜ਼ਲਟ ਵੇਖ ਰਹੇ ਸੀ ਕਿ ਬਾਲਕ ਤੇ ਮਾਲਕ ਦੋਨੋਂ ਸਵਰੂਪ ਸਦਾ ਹੀ ਪ੍ਰਤੱਖ ਕਰਮ ਵਿੱਚ ਆਉਂਦੇ ਨੇ। यह सिर्फ नॉलेज तक है, लेकिन नॉलेज ते प्रतख कर्म विच फर्क है। कई बच्चे इस समानता विच बाप समान प्रतख कर्म रूप विच चंगे वेखे। कई बच्चे हाले भी बालकपन विच रहिंदे ने, लेकिन मालिकपन दे उस रूहानी नशे विच बाप समान बनन दी शक्तिशाली स्थिति विच कदे स्थित होंदे ने, कदे स्थित होने की कोशिश विच समा चला जाता है। लक्ष्य सारे बच्चों का यही श्रेष्ठ है कि बाप समान बनना ही है। लक्ष्य शक्तिशाली है। हुण लक्ष्य नूं संकल्प, बोल, कर्म, संबंध संपर्क विच लियाउणा है। इस विच फर्क पै जाता है। कई बच्चे संकल्प तक समान स्थिति विच स्थित रहिंदे ने, कई संकल्प दे नाल वाणी तक भी आ जाते ने, कदे कदे कर्म विच भी आ जाते ने। लेकिन जदों संबंध संपर्क विच आउंदे, सेवा दे संबंध विच आउंदे, भावें परिवार दे संबंध विच आउंदे, इस संबंध ते संपर्क विच आउण विच परसेंटेज कदे घट हो जाती है। बाप समान बनना मतलब एक ही समय संकल्प, बोल, कर्म, संबंध सब विच बाप समान स्थिति विच रहना। कदे दो विच रहिंदे, कदे तीन विच रहिंदे, पर चारों ही स्थिति जो दसी उस वक्त कदे किवें हो जाते। तां बाप दादा बच्चों के प्रति सदा स्नेही ही ने, स्नेही भी ने। स्नेह का स्वरूप सिर्फ अव्यक्त दा व्यक्त रूप विच मिलना नहीं है, लेकिन स्नेह का स्वरूप है समान बनना। कई बच्चे एवें सोचते ने कि बाप दादा निर्मोही बन रहे ने, लेकिन ये निर्मोही बनना नहीं है, ये विशेष स्नेह का स्वरूप है। बाप दादा पहले तो ही सुना चुके ने। बहुत काल की प्राप्ति के हिसाब का समय हुण बहुत घट है। इसलिए बाप दादा बच्चों नूं सदा बहुत काल दे लई विशेष दृढ़ता की तपस्या द्वारा अपने आप नूं तपाउणा, मतलब मजबूत करना, परिपक्व करना, इस दे लई ये विशेष समय दे रहे ने। उवें तां गोल्डन जुबली विच सब ने संकल्प किया कि समान बनांगे, विघन विनाशक बनांगे, समाधान स्वरूप बनांगे। ये सब वायदे बाप दे कोल चित्रगुप्त दे रूप विच हिसाब दे खाते विच नूंदे होए ने। अज कई बच्चों ने दृढ़ संकल्प किया। समर्पण होना मतलब अपने आप नूं सर्व प्राप्तियां विच परिपक्व बनाउणा। समर्पणता दा अर्थ ही है संकल्प, बोल, कर्म ते संबंध
ਇਹਨਾਂ ਚਾਰਾਂ ਵਿੱਚੋਂ ਹੀ ਬਾਪ ਸਮਾਨ ਬਣਨਾ। ਪੱਤਰ ਜੋ ਲਿਖ ਕੇ ਦਿੱਤੇ, ਉਹ ਪੱਤਰ ਜਾਂ ਸੰਕਲਪ ਸੂਖਸ਼ਮ ਵਤਨ ਵਿੱਚ ਬਾਪ ਦਾਦਾ ਦੇ ਕੋਲ ਸਦਾ ਦੇ ਲਈ ਰਿਕਾਰਡ ਵਿੱਚ ਰਹਿ ਗਿਆ। ਸਭ ਦੀ ਫਾਈਲਸ ਉੱਥੇ ਵਤਨ ਵਿੱਚ ਹੈ। ਹਰ ਇੱਕ ਦਾ ਇਹ ਸੰਕਲਪ ਅਵਿਨਾਸ਼ੀ ਹੋ ਗਿਆ। ਇਸ ਵਰੇ ਬੱਚਿਆਂ ਦੀ ਦ੍ਰਿੜਤਾ ਦੀ ਤਪੱਸਿਆ ਨਾਲ ਹਰ ਸੰਕਲਪ ਨੂੰ ਅਮਰ ਅਵਿਨਾਸ਼ੀ ਬਣਾਉਣ ਦੇ ਲਈ ਆਪਣੇ ਨਾਲ ਬਾਰ-ਬਾਰ ਦ੍ਰਿੜਤਾ ਦੇ ਅਭਿਆਸ ਨਾਲ ਰੂਹ ਰਿਹਾਨ ਕਰਨ ਦੇ ਲਈ, ਰਿਅਲਾਈਜੇਸ਼ਨ ਕਰਨ ਦੇ ਲਈ, ਰੀਇਨਕਾਰਨੇਟ ਸਰੂਪ ਬਣ ਕਰਮ ਵਿੱਚ ਆਉਣ ਦੇ ਲਈ, ਇਸ ਸਥਿਤੀ ਨੂੰ ਸਦਾ ਕਾਲ ਦੇ ਲਈ ਮਜ਼ਬੂਤ ਕਰਨ ਦੇ ਲਈ ਬਾਪ ਦਾਦਾ ਇਹ ਸਮੇਂ ਦੇ ਰਹੇ ਨੇ। ਨਾਲ ਵਿਸ਼ੇਸ਼ ਰੂਪ ਵਿੱਚ ਸ਼ੁੱਧ ਸੰਕਲਪਾਂ ਦੀ ਸ਼ਕਤੀ ਨਾਲ ਜਮਾ ਦਾ ਖਾਤਾ ਹੋਰ ਵਧਾਉਣਾ ਹੈ। ਸ਼ੁਭ ਸੰਕਲਪ ਦੀ ਸ਼ਕਤੀ ਦਾ ਵਿਸ਼ੇਸ਼ ਅਨੁਭਵ ਹੁਣ ਹੋਰ ਅੰਤਰਮੁਖੀ ਬਣ ਕਰਨ ਦੀ ਲੋੜ ਹੈ। ਸ਼ੁੱਧ ਸੰਕਲਪਾਂ ਦੀ ਸ਼ਕਤੀ ਸਹਿਜ ਵਿਅਰਥ ਸੰਕਲਪਾਂ ਨੂੰ ਸਮਾਪਤ ਕਰ ਦੂਜਿਆਂ ਦੇ ਪ੍ਰਤੀ ਵੀ ਸ਼ੁਭ ਭਾਵਨਾ, ਸ਼ੁਭ ਕਾਮਨਾ ਦੇ ਸਰੂਪ ਨੂੰ ਪਰਿਵਰਤਨ ਕਰ ਸਕਦੇ ਨੇ। ਹੁਣ ਇਸ ਸ਼ੁੱਧ ਸੰਕਲਪ ਦੀ ਸ਼ਕਤੀ ਦਾ ਵਿਸ਼ੇਸ਼ ਅਨੁਭਵ ਸਹਿਜ ਹੀ ਵਿਅਰਥ ਸੰਕਲਪਾਂ ਨੂੰ ਸਮਾਪਤ ਕਰ ਦਿੰਦਾ ਹੈ। ਨਾ ਸਿਰਫ ਆਪਣੇ ਵਿਅਰਥ ਸੰਕਲਪ, ਲੇਕਿਨ ਤੁਹਾਡੇ ਸ਼ੁੱਧ ਸੰਕਲਪ ਦੂਜਿਆਂ ਦੇ ਪ੍ਰਤੀ ਵੀ ਸ਼ੁਭ ਭਾਵਨਾ, ਸ਼ੁਭ ਕਾਮਨਾ ਦੇ ਸਰੂਪ ਨਾਲ ਪਰਿਵਰਤਨ ਕਰ ਸਕਦੇ ਨੇ। ਹੁਣ ਇਸ ਸ਼ੁੱਧ ਸੰਕਲਪ ਦੀ ਸ਼ਕਤੀ ਦਾ ਸਟਾਕ ਆਪਣੇ ਲਈ ਵੀ ਜਮਾ ਕਰਨ ਦੀ ਬਹੁਤ ਲੋੜ ਹੈ। ਮੁਰਲੀ ਸੁਣਨਾ ਇਹ ਲਗਨ ਤਾਂ ਬਹੁਤ ਚੰਗੀ ਹੈ। ਮੁਰਲੀ ਮਤਲਬ ਖਜ਼ਾਨਾ। ਮੁਰਲੀ ਦੀ ਹਰ ਪੁਆਇੰਟ ਨੂੰ ਸ਼ਕਤੀ ਦੇ ਰੂਪ ਵਿੱਚ ਜਮਾ ਕਰਨਾ, ਇਹ ਹੈ ਸ਼ੁੱਧ ਸੰਕਲਪਾਂ ਦੀ ਸ਼ਕਤੀ ਨੂੰ ਵਧਾਉਣਾ। ਸ਼ਕਤੀ ਦੇ ਰੂਪ ਵਿੱਚ ਹਰ ਸਮੇਂ ਕੰਮ ਵਿੱਚ ਲਗਾਣਾ। ਹੁਣ ਇਸ ਵਿਸ਼ੇਸ਼ਤਾ ਦਾ ਜਾਂ ਵਿਸ਼ੇਸ਼ ਅਟੈਂਸ਼ਨ ਰੱਖਣਾ ਹੈ। ਸ਼ੁੱਧ ਸੰਕਲਪ ਦੀ ਸ਼ਕਤੀ ਦੇ ਮਹੱਤਵ ਨੂੰ ਹੁਣ ਜਿੰਨਾ ਅਨੁਭਵ ਕਰਦੇ ਜਾਓਗੇ, ਓਨਾ ਮਨਸਾ ਸੇਵਾ ਦੇ ਸਹਿਜ ਅਨੁਭਵੀ ਬਣਦੇ ਜਾਓਗੇ। ਪਹਿਲੇ ਤਾਂ ਆਪਣੇ ਪ੍ਰਤੀ ਸ਼ੁਭ ਸੰਕਲਪਾਂ ਦੀ ਸ਼ਕਤੀ ਜਮਾ ਹੋਣੀ ਚਾਹੀਦੀ ਹੈ। ਫਿਰ ਨਾਲ ਤੁਸੀਂ ਸਾਰੇ ਬਾਪ ਦੇ ਨਾਲ ਵਿਸ਼ਵ ਕਲਿਆਣਕਾਰੀ ਆਤਮਾਵਾਂ, ਵਿਸ਼ਵ ਪਰਿਵਰਤਕ ਆਤਮਾਵਾਂ ਹੋ ਤਾਂ ਵਿਸ਼ਵ ਦੇ ਪ੍ਰਤੀ ਵੀ ਇਹ ਸ਼ੁੱਧ ਸੰਕਲਪਾਂ ਦੀ ਸ਼ਕਤੀ ਦੁਆਰਾ ਪਰਿਵਰਤਨ ਕਰਨ ਦਾ ਕੰਮ ਹਾਲੇ ਬਹੁਤ ਰਿਹਾ ਹੋਇਆ ਹੈ। ਜਿਵੇਂ ਵਰਤਮਾਨ ਸਮੇਂ ਬ੍ਰਹਮਾ ਬਾਪ ਅਵਿਅਕਤ ਰੂਪ ਧਾਰੀ ਬਣ ਸ਼ੁਭ ਸੰਕਲਪਾਂ ਦੀ ਸ਼ਕਤੀ ਨਾਲ ਤੁਹਾਡੀ ਸਭ ਦੀ ਪਾਲਣਾ ਕਰ ਰਹੇ ਨੇ, ਸੇਵਾ ਦੀ ਵ੍ਰਿੱਧੀ ਦੇ ਸਹਿਯੋਗੀ ਬਣ ਅੱਗੇ ਵਧਾ ਰਹੇ ਨੇ। ਇਹ ਵਿਸ਼ੇਸ਼ ਸੇਵਾ ਸ਼ੁੱਧ ਸੰਕਲਪਾਂ ਦੀ ਸ਼ਕਤੀ ਦੀ ਚੱਲ ਰਹੀ ਹੈ ਤਾਂ ਬ੍ਰਹਮਾ ਬਾਪ ਸਮਾਨ ਹੁਣ ਇਸ ਵਿਸ਼ੇਸ਼ਤਾ ਨੂੰ ਆਪਣੇ ਵਿੱਚ ਵਧਾਉਣ ਦਾ ਤਪੱਸਿਆ ਰੂਪ ਵਿੱਚ ਅਭਿਆਸ ਕਰਨਾ ਹੈ। ਤਪੱਸਿਆ ਮਤਲਬ ਦ੍ਰਿੜਤਾ ਸੰਪੰਨ ਅਭਿਆਸ। ਸਾਧਾਰਨ ਨੂੰ ਤਪੱਸਿਆ ਨਹੀਂ ਕਹਾਂਗੇ। ਹੁਣ ਤਪੱਸਿਆ ਦੇ ਲਈ ਸਮੇਂ ਦੇ ਰਹੇ ਹੋ। ਹੁਣੇ ਹੀ ਕਿਉਂ ਦੇ ਰਹੇ ਨੇ? ਕਿਉਂਕਿ ਇਹ ਸਮੇਂ ਬਹੁਤ ਕਾਲ ਵਿੱਚ ਜਮਾ ਹੋ ਜਾਏਗਾ। ਬਾਪ ਦਾਦਾ ਸਾਰਿਆਂ ਨੂੰ ਬਹੁਤ ਕਾਲ ਦੀ ਪ੍ਰਾਪਤੀ ਕਰਾਉਣ ਦੇ ਨਿਮਿਤ ਨੇ। ਬਾਪ ਦਾਦਾ ਸਾਰੇ ਬੱਚਿਆਂ ਨੂੰ ਬਹੁਤ ਕਾਲ ਦੇ ਰਾਜ ਭਾਗ ਅਧਿਕਾਰੀ ਬਣਾਉਣਾ ਚਾਹੁੰਦੇ ਨੇ ਤਾਂ ਬਹੁਤ ਕਾਲ ਦਾ ਸਮੇਂ ਬਹੁਤ ਘੱਟ ਹੈ। ਇਸ ਲਈ ਹਰ ਗੱਲ ਦੇ ਅਭਿਆਸ ਨੂੰ ਤਪੱਸਿਆ ਦੇ ਰੂਪ ਵਿੱਚ ਕਰਨ ਦੇ ਲਈ ਇਹ ਵਿਸ਼ੇਸ਼ ਸਮਾਂ ਦੇ ਰਹੇ ਨੇ। ਕਿਉਂਕਿ ਸਮਾਂ ਅਜਿਹਾ ਆਏਗਾ ਜਿਸ ਵਿੱਚ ਤੁਹਾਨੂੰ ਸਭ ਨੂੰ ਦਾਤਾ ਤੇ ਵਰਦਾਤਾ ਬਣ ਥੋੜੇ ਸਮੇਂ ਵਿੱਚ ਕਈਆਂ ਨੂੰ ਦੇਣਾ ਪਵੇਗਾ, ਜੋ ਸਰਵ ਖਜ਼ਾਨਿਆਂ ਦੇ ਜਮਾ ਦਾ ਖਾਤਾ ਸੰਪੰਨ ਬਣਾਉਣ ਦੇ ਲਈ ਸਮੇਂ ਦੇ ਰਹੇ ਨੇ। ਦੂਜੀ ਗੱਲ, ਵਿਘਨ ਵਿਨਾਸ਼ਕ ਜਾਂ ਸਮਾਧਾਨ ਸਰੂਪ ਬਣਨਾ। ਜੋ ਵਾਅਦਾ ਕੀਤਾ ਵਿਘਨ ਵਿਨਾਸ਼ਕ ਆਪਣੇ ਪ੍ਰਤੀ ਤੇ ਸਭ ਦੇ ਪ੍ਰਤੀ ਬਣਨ ਦਾ ਵਿਸ਼ੇਸ਼ ਦ੍ਰਿੜ ਸੰਕਲਪ, ਦ੍ਰਿੜ ਸਵਰੂਪ ਦੋਨੋਂ ਹੋਵੇ। ਸਿਰਫ ਸੰਕਲਪ ਨਹੀਂ ਲੇਕਿਨ ਸਵਰੂਪ ਵੀ ਹੋਵੇ ਤਾਂ ਇਸ ਵਰੇ ਬਾਪ ਦਾਦਾ ਐਕਸਟਰਾ ਚਾਂਸ ਦੇ ਰਹੇ ਨੇ। ਜਿਸ ਨੂੰ ਇਹ ਵਿਘਨ ਵਿਨਾਸ਼ਕ ਬਣਨ ਦਾ ਵਿਸ਼ੇਸ਼ ਭਾਗ ਲੈਣਾ ਹੈ, ਉਹ ਇਸ ਵਰੇ ਵਿੱਚ ਲੈ ਸਕਦੇ ਨੇ। ਇਸ ਵਰੇ ਨੂੰ ਵਿਸ਼ੇਸ਼ ਵਰਦਾਨ ਹੈ
ਲੇਕਿਨ ਵਰਦਾਨ ਲੈਣ ਦੇ ਲਈ ਵਿਸ਼ੇਸ਼ 2 ਅਟੈਂਸ਼ਨ ਦੇਣੇ ਪੈਣਗੇ। ਇੱਕ ਤਾਂ ਸਦਾ ਬਾਪ ਸਮਾਨ ਦੇਣ ਵਾਲਾ बनना है, ਲੈਣ ਦੀ ਭਾਵਨਾ ਨਹੀਂ ਰੱਖਣੀ ਹੈ। ਰਿਗਾਰਡ ਮਿਲੇ, स्नेह मिले ਤਾਂ स्नेही बनिए, रिगार्ड मिले ਤਾਂ रिगार्ड देइए नहीं। दाता दे बच्चे बन, मैनू देना है, लैन ਦੀ ਭਾਵਨਾ नहीं रखनी। श्रेष्ठ कर्म करते हुए दूजी तरफ तो मिलना चाहिए है, ये भावना नहीं रखनी। श्रेष्ठ कर्मां ਦਾ फल श्रेष्ठ ही ਹੁੰਦਾ है। ਇਹ नॉलेज ਤੁਸੀਂ ਜਾਣਦੇ ਹੋ, लेकिन करते वक्त ये संकल्प नहीं रखना। एक ਤਾਂ वरदान लैन दे पात्र बनन दे लई सदा दाता बन के रहना, ते दूजा विघन विनाशक बनना है। तां समाउण दी शक्ति सदा विशेष रूप विच अटेंशन विच रखना। अपने प्रति भी समाउण दी शक्ति जरूर है। सागर दे बच्चे हो, सागर दी विशेषता है समाउणा। जिस विच समान दी शक्ति होएगी, ओही शुभ भावना कल्याण दी कामना कर सकणगे। इस लई दाता बनना, समाउण दे शक्ति स्वरूप सागर बनना, ਇਹ 2 ਵਿਸ਼ੇਸ਼ਤਾਵਾਂ ਸਦਾ ਕਰਮ ਵਿੱਚ ਲਿਆਉਣੀਆਂ ਨੇ। ਕਈ ਵਾਰੀ ਕਈ ਬੱਚੇ ਕਹਿੰਦੇ ਨੇ, ਸੋਚਿਆ ਤਾਂ ਸੀ ਇਹ ਕਰਾਂਗੇ, ਪਰ ਕਰਨ ਵਿੱਚ ਬਦਲ ਗਿਆ। ਇਸ ਵੇਲੇ ਚਾਰੋਂ ਹੀ ਗੱਲਾਂ ਵਿੱਚ ਇੱਕ ਹੀ ਵਕਤ ਸਮਾਨਤਾ ਦਾ ਵਿਸ਼ੇਸ਼ ਅਭਿਆਸ ਕਰਨਾ ਹੈ। ਸਮਝਿਆ? ਤਾਂ ਇੱਕ ਗੱਲ ਖਜ਼ਾਨਿਆਂ ਨੂੰ ਜਮ੍ਹਾਂ ਕਰਨ ਦਾ ਤੇ ਦਾਤਾ ਬਣ ਦੇਣ ਦਾ ਸੰਸਕਾਰ ਨੈਚੁਰਲ ਰੂਪ ਵਿੱਚ ਧਾਰਨ ਹੋ ਜਾਵੇ, ਉਸ ਦੇ ਲਈ ਵਕਤ ਦੇ ਰਹੇ ਨੇ। ਤੇ ਵਿਘਨ ਵਿਨਾਸ਼ਕ ਬਣਨਾ ਤੇ ਬਣਾਉਣਾ, ਇਸ ਦੇ ਲਈ ਸਦਾ ਦੇ ਲਈ ਆਪਣਾ ਨੰਬਰ ਨਿਸ਼ਚਿਤ ਕਰਨ ਦਾ ਚਾਂਸ ਦੇ ਰਹੇ ਨੇ। ਕੁਝ ਵੀ ਹੋ ਜਾਵੇ, ਖੁਦ ਤਪੱਸਿਆ ਕਰੋ, ਕਿਸੇ ਦਾ ਵਿਘਨ ਖਤਮ ਕਰਨ ਵਿੱਚ ਸਹਿਯੋਗੀ ਬਣੋ। ਖੁਦ ਕਿੰਨਾ ਵੀ ਝੁਕਣਾ ਪਵੇ, ਪਰ ਇਹ ਨਿਉਣਾ ਸਦਾ ਦੇ ਲਈ ਝੂਲਿਆਂ ਦੇ ਵਿੱਚ ਝੂਲਣਾ ਹੈ। ਜਿਵੇਂ ਸ਼੍ਰੀ ਕ੍ਰਿਸ਼ਨ ਨੂੰ ਕਿੰਨਾ ਪਿਆਰ ਦੇ ਨਾਲ ਝੁਲਾਉਂਦੇ ਰਹਿੰਦੇ ਨੇ, ਐਵੇਂ ਹੁਣ ਬਾਪ ਤੁਹਾਨੂੰ ਬੱਚਿਆਂ ਨੂੰ ਆਪਣੀ ਗੋਦ ਦੇ ਝੂਲੇ ਵਿੱਚ ਝੁਲਾਣਗੇ ਤੇ ਭਵਿੱਖ ਵਿੱਚ ਰਤਨ ਜੜਿਤ ਝੂਲਿਆਂ ਵਿੱਚ ਝੁਲਾਣਗੇ। ਭਗਤੀ ਵਿੱਚ ਪੂਜੇ ਬਣ ਝੂਲੇ ਵਿੱਚ ਝੂਲੋਗੇ ਤਾਂ ਝੁਕਣਾ ਮਿਟਣਾ ਇਹ ਮਹਾਨਤਾ ਹੈ। ਮੈਂ ਕਿਉਂ ਝੁਕਾਂ, ਇਹ ਝੁਕਣ, ਇਸ ਵਿੱਚ ਆਪਣੇ ਆਪ ਨੂੰ ਘੱਟ ਨਾ ਸਮਝੋ। ਇਹ ਝੁਕਣਾ ਮਹਾਨਤਾ ਹੈ, ਇਹ ਮਰਨਾ ਨਹੀਂ। ਅਵਿਨਾਸ਼ੀ ਪ੍ਰਾਪਤੀਆਂ ਵਿੱਚ ਜੀਣਾ ਹੈ। ਇਸ ਲਈ ਸਦਾ ਵਿਘਨ ਵਿਨਾਸ਼ਕ ਬਣਨਾ ਤੇ ਬਣਾਉਣਾ ਹੈ। ਇਸ ਵਿੱਚ ਫਸਟ ਡਿਵੀਜ਼ਨ ਵਿੱਚ ਆਉਣ ਦਾ ਜਿਸ ਨੂੰ ਚਾਂਸ ਲੈਣਾ ਹੋਵੇ ਉਹ ਲੈ ਸਕਦੇ ਨੇ। ਇਹ ਵਿਸ਼ੇਸ਼ ਚਾਂਸ ਲੈਣ ਦਾ ਸਮੇਂ ਬਾਪ ਦਾਦਾ ਹੁਣ ਉਸ ਦਾ ਮਹੱਤਵ ਸੁਣਾ ਰਹੇ ਨੇ। ਤੀਜੀ ਗੱਲ, ਸਮੇਂ ਮੁਤਾਬਿਕ ਜਿੰਨਾ ਵਾਯੂਮੰਡਲ ਅਸ਼ਾਂਤੀ ਤੇ ਹਲਚਲ ਦਾ ਵੱਧਦਾ ਜਾ ਰਿਹਾ ਹੈ, ਉਸੇ ਮੁਤਾਬਿਕ ਬੁੱਧੀ ਦੀ ਲਾਈਨ ਕਲੀਅਰ ਹੋਣੀ ਚਾਹੀਦੀ ਹੈ। ਕਿਉਂਕਿ ਸਮੇਂ ਪ੍ਰਮਾਣ ਟੱਚਿੰਗ ਤੇ ਕੈਚਿੰਗ ਦੋਵਾਂ ਸ਼ਕਤੀਆਂ ਦੀ ਲੋੜ ਹੈ। ਇੱਕ ਤਾਂ ਬਾਪ ਦਾਦਾ ਦੇ ਡਾਇਰੈਕਸ਼ਨ ਨੂੰ ਬੁੱਧੀ ਦੁਆਰਾ ਕੈਚ ਕਰ ਸਕੋ। ਜੇਕਰ ਲਾਈਨ ਕਲੀਅਰ ਨਹੀਂ ਹੋਵੇਗੀ ਤਾਂ ਬਾਪ ਦੇ ਡਾਇਰੈਕਸ਼ਨ ਨਾਲ ਮਨਮਤ ਮਿਕਸ ਹੋ ਜਾਂਦੀ ਹੈ। ਮਿਕਸ ਹੋਣ ਦੇ ਕਾਰਨ ਸਮੇਂ ਤੇ ਧੋਖਾ ਖਾ ਜਾਂਦੇ ਨੇ। ਜਿੰਨੀ ਬੁੱਧੀ ਸਪਸ਼ਟ ਹੋਏਗੀ, ਉਹਨਾਂ ਬਾਪ ਦੇ ਡਾਇਰੈਕਸ਼ਨ ਨੂੰ ਸਪਸ਼ਟ ਕਰ ਸਕੋਗੇ ਤੇ ਜਿੰਨੀ ਬੁੱਧੀ ਦੀ ਲਾਈਨ ਕਲੀਅਰ ਹੋਵੇਗੀ, ਉਹਨਾਂ ਆਪਣੀ ਉન્નਤੀ ਪ੍ਰਤੀ, ਸੇਵਾ ਦੀ ਵ੍ਰਿੱਧੀ ਪ੍ਰਤੀ, ਸਰਵ ਆਤਮਾਵਾਂ ਦੇ ਦਾਤਾ ਬਣ ਦੇਣ ਵਾਲੀ ਸ਼ਕਤੀਆਂ ਸਹਿਜ ਵੱਧਦੀਆਂ ਜਾਣਗੀਆਂ। ਟੱਚਿੰਗ ਹੋਵੇਗੀ। ਇਸ ਸਮੇਂ ਇਸ ਆਤਮਾ ਦੇ ਪ੍ਰਤੀ ਸਹਿਜ ਸੇਵਾ ਦਾ ਸਾਧਨ ਜਾਂ ਆਪਣੀ ਉન્નਤੀ ਦਾ ਸਾਧਨ ਇਹੀ ਠੀਕ ਹੈ। ਤਾਂ ਵਰਤਮਾਨ ਸਮੇਂ ਪ੍ਰਮਾਣ ਇਹਨਾਂ ਦੋਵਾਂ ਸ਼ਕਤੀਆਂ ਦੀ ਬਹੁਤ ਲੋੜ ਹੈ। ਇਸ ਨੂੰ ਵਧਾਉਣ ਦੇ ਲਈ ਏਕਨਾਮੀ ਤੇ ਇਕਾਨਮੀ ਵਾਲੇ ਬਣਨਾ। ਇੱਕ ਬਾਪ ਦੂਜਾ ਨਾ ਕੋਈ, ਦੂਜੇ ਦਾ ਲਗਾਵ ਹੋਰ ਚੀਜ਼ ਹੈ। ਲਗਾਵ ਤਾਂ ਰੋਂਗ ਹੈ ਹੀ, ਪਰ ਦੂਜੇ ਦੇ ਸੁਭਾਅ ਦਾ ਪ੍ਰਭਾਵ ਆਪਣੀ ਅਵਸਥਾ ਨੂੰ ਵੀ ਹਲਚਲ ਵਿੱਚ ਲਿਆਉਂਦਾ ਹੈ। ਦੂਜੇ ਦਾ ਸੰਸਕਾਰ ਬੁੱਧੀ ਨੂੰ ਟੱਕਰ ਵਿੱਚ ਲਿਆਉਂਦਾ ਹੈ। ਉਸ ਸਮੇਂ ਬੁੱਧੀ ਵਿੱਚ ਬਾਪ ਹੈ ਜਾਂ ਸੰਸਕਾਰ ਨੇ, ਭਾਵੇਂ ਲਗਾਵ ਦੇ ਰੂਪ ਵਿੱਚ ਬੁੱਧੀ ਨੂੰ ਪ੍ਰਭਾਵਿਤ ਕਰੇ, ਭਾਵੇਂ ਟਕਰਾਵ ਦੇ ਰੂਪ ਵਿੱਚ ਬੁੱਧੀ ਨੂੰ ਪ੍ਰਭਾਵਿਤ ਕਰੇ, ਲੇਕਿਨ ਬੁੱਧੀ ਦੀ ਲਾਈਨ ਸਦਾ ਕਲੀਅਰ ਹੋਵੇ। ਇੱਕ ਬਾਬਾ ਦੂਜਾ ਨਾ ਕੋਈ, ਇਸ ਨੂੰ ਕਹਿੰਦੇ ਨੇ ਏਕਨਾਮੀ
ਤੇ ਇਕਾਨਮੀ ਕੀ ਹੈ। ਸਿਰਫ ਸਥੂਲ ਧਨ ਦੀ ਬੱਚਤ ਨੂੰ ਇਕੋਨਮੀ ਨਹੀਂ ਕਹਿੰਦੇ, ਉਹ ਵੀ ਜ਼ਰੂਰੀ ਹੈ, ਪਰ ਸਮੇਂ ਵੀ ਧਨ ਹੈ, ਸੰਕਲਪ ਵੀ ਧਨ ਹੈ, ਸ਼ਕਤੀਆਂ ਵੀ ਧਨ ਹੈ। ਇਹਨਾਂ ਸਭ ਦੀ ਇਕਾਨਮੀ ਵਿਅਰਥ ਨਾ ਗਵਾਓ। ਇਕਾਨਮੀ ਕਰਨਾ ਮਤਲਬ ਜਮਾ ਦਾ ਖਾਤਾ ਵਧਾਣਾ। ਇਕਾਨਮੀ ਤੇ ਏਕਨਾਮੀ ਦੇ ਸੰਸਕਾਰ ਵਾਲੇ ਇਹ ਦੋਵਾਂ ਸ਼ਕਤੀਆਂ ਦਾ ਅਨੁਭਵ ਕਰ ਸਕਣਗੇ। ਟੱਚਿੰਗ ਤੇ ਕੈਚਿੰਗ ਪਾਵਰ। ਇਹ ਅਨੁਭਵ ਵਿਨਾਸ਼ ਦੇ ਵਕਤ ਨਹੀਂ ਕਰ ਸਕੋਗੇ, ਇਹ ਹੁਣੇ ਤੋਂ ਅਭਿਆਸ ਚਾਹੀਦਾ ਹੈ। ਤਾਂ ਇਸ ਸਮੇਂ ਦੇ ਅਭਿਆਸ ਦੇ ਕਾਰਨ ਅੰਤ ਵਿੱਚ ਸ੍ਰੇਸ਼ਟ ਮੱਤ ਤੇ ਗਤ ਨੂੰ ਪਾ ਸਕੋਗੇ। ਤੁਸੀਂ ਸਮਝੋ, ਹਾਲੇ ਵਿਨਾਸ਼ ਦਾ ਸਮੇਂ ਕੁਝ ਤਾਂ ਪਿਆ ਹੋਇਆ ਹੈ। ਹਾਲੇ 10 ਵਰੇ ਹੀ ਸਹੀ, ਪਰ 10 ਵਰੇ ਬਾਅਦ ਫਿਰ ਇਹ ਪੁਰਸ਼ਾਰਥ ਨਹੀਂ ਕਰ ਸਕੋਗੇ। ਕਿੰਨੀ ਵੀ ਮਿਹਨਤ ਕਰੋਗੇ ਨਹੀਂ ਕਰ ਸਕੋਗੇ, ਕਮਜ਼ੋਰ ਹੋ ਜਾਓਗੇ। ਫਿਰ ਅੰਤ ਯੁੱਧ ਵਿੱਚ ਜਾਵੇਗੀ, ਸਫਲਤਾ ਨਹੀਂ ਮਿਲੇਗੀ। ਤ੍ਰੇਤਾ ਯੁਗੀ ਤਾਂ ਨਹੀਂ ਬਣਨਾ ਹੈ ਨਾ। ਮਿਹਨਤ ਮਤਲਬ ਤੀਰ ਕਮਾਨ ਤੇ ਸਦਾ ਮੁਹੱਬਤ ਵਿੱਚ ਰਹਿਣਾ, ਖੁਸ਼ੀ ਵਿੱਚ ਰਹਿਣਾ ਮਤਲਬ ਮੁਰਲੀਧਰ ਬਣਨਾ, ਸੂਰਜਵੰਸ਼ੀ ਬਣਨਾ। ਮੁਰਲੀ ਨਚਾਉਂਦੀ ਹੈ, ਤੀਰ ਕਮਾਨ ਨਿਸ਼ਾਨਾ ਲਗਾਉਣ ਦੇ ਲਈ ਮਿਹਨਤ ਕਰਵਾਉਂਦਾ ਹੈ। ਤਾਂ ਕਮਾਨਧਾਰੀ ਨਹੀਂ, ਮੁਰਲੀ ਵਾਲਾ ਬਣਨਾ ਹੈ। ਇਸ ਦੇ ਪਿੱਛੇ ਕੋਈ ਉਲਾਣਾ ਨਾ ਦੇਣਾ। ਥੋੜਾ ਜਿਹਾ ਸਮੇਂ ਫਿਰ ਤੋਂ ਐਕਸਟਰਾ ਮਿਲ ਜਾਵੇ, ਚਾਂਸ ਦੇ ਦਿਓ, ਕਿਰਪਾ ਕਰ ਲਿਓ। ਐਵੇਂ ਨਹੀਂ ਚੱਲੇਗਾ। ਇਸ ਲਈ ਬਾਪ ਦਾਦਾ ਪਹਿਲੇ ਤੋਂ ਹੀ ਸੁਣਾ ਰਹੇ ਨੇ, ਭਾਵੇਂ ਪਿੱਛੋਂ ਆਏ ਜਾਂ ਪਹਿਲਾਂ, ਲੇਕਿਨ ਸਮੇਂ ਮੁਤਾਬਿਕ ਸਭ ਨੂੰ ਲਾਸਟ ਸਟੇਜ ਤੇ ਪਹੁੰਚਣ ਦਾ ਵਕਤ ਹੈ। ਅਜੇ ਹੀ ਫਾਸਟ ਗਤੀ ਨਾਲ ਚੱਲਣਾ ਪਵੇਗਾ। ਸਮਝਿਆ? ਅੱਛਾ, ਚਾਰੋਂ ਪਾਸੋਂ ਦੇ ਸਰਵ ਸਨੇਹੀ ਬੱਚਿਆਂ ਨੂੰ, ਸਦਾ ਦਿਲ ਤਖਤ ਨਸ਼ੀਨ ਬੱਚਿਆਂ ਨੂੰ, ਸਦਾ ਸੰਤੁਸ਼ਟਤਾ ਦੀ ਝਲਕ ਵਿਖਾਣ ਵਾਲੇ ਬੱਚਿਆਂ ਨੂੰ, ਸਦਾ ਪ੍ਰਸੰਨਤਾ ਦੀ ਪਰਸਨੈਲਿਟੀ ਵਿੱਚ ਰਹਿਣ ਵਾਲੇ ਬੱਚਿਆਂ ਨੂੰ, ਸਦਾ ਬੇਹੱਦ ਵਿਸ਼ਾਲ ਦਿਲ, ਬੇਹੱਦ ਹੀ ਵਿਸ਼ਾਲ ਬੁੱਧੀ ਧਾਰਨ ਕਰਨ ਵਾਲੀ ਵਿਸ਼ਾਲ ਆਤਮਾਵਾਂ ਨੂੰ ਬਾਪ ਦਾਦਾ ਦਾ ਸਨੇਹ ਸੰਪੰਨ ਯਾਦ ਪਿਆਰ ਤੇ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ, ਨਮਸਤੇ, ਨਮਸਤੇ ਜੀ। ਅੱਜ ਦਾ ਵਰਦਾਨ ਹੈ, 5 ਵਿਕਾਰਾਂ ਰੂਪੀ ਦੁਸ਼ਮਣ ਨੂੰ ਪਰਿਵਰਤਿਤ ਕਰ ਸਹਿਯੋਗੀ ਬਣਾਉਣ ਵਾਲੇ ਮਾਇਆ ਜੀਤ ਜਗਤ ਜੀਤ ਭਵ। 5 ਵਿਕਾਰ ਰੂਪੀ ਦੁਸ਼ਮਣ ਨੂੰ ਪਰਿਵਰਤਿਤ ਕਰ ਸਹਿਯੋਗੀ ਬਣਾਉਣ ਵਾਲੇ ਮਾਇਆ ਜੀਤ ਜਗਤ ਜੀਤ ਭਵ। ਵਿਜयी ਦੁਸ਼ਮਣ ਦਾ ਰੂਪ ਪਰਿਵਰਤਿਤ ਜ਼ਰੂਰ ਕਰਦਾ ਹੈ, ਤਾਂ ਤੁਸੀਂ ਵਿਕਾਰਾਂ ਰੂਪੀ ਦੁਸ਼ਮਣ ਨੂੰ ਪਰਿਵਰਤਿਤ ਕਰ ਸਹਿਯੋਗੀ ਸਰੂਪ ਬਣਾ ਦੇਵੋ, ਜਿਸ ਨਾਲ ਉਹ ਸਦਾ ਤੁਹਾਨੂੰ ਸਲਾਮ ਕਰਦੇ ਰਹਿਣਗੇ। ਕਾਮ ਵਿਕਾਰ ਨੂੰ ਸ਼ੁਭ ਕਾਮਨਾ ਦੇ ਰੂਪ ਵਿੱਚ, ਕ੍ਰੋਧ ਨੂੰ ਰੂਹਾਨੀ ਖੁਮਾਰੀ ਦੇ ਰੂਪ ਵਿੱਚ, ਲੋਭ ਨੂੰ ਅਨਾਸਕਤ ਵ੍ਰਿੱਤੀ ਦੇ ਰੂਪ ਵਿੱਚ, ਮੋਹ ਨੂੰ ਸਨੇਹ ਦੇ ਰੂਪ ਵਿੱਚ ਤੇ ਦੇਹ ਅਭਿਮਾਨ ਨੂੰ ਸਵਾਭਿਮਾਨ ਦੇ ਰੂਪ ਵਿੱਚ ਪਰਿਵਰਤਿਤ ਕਰਕੇ ਮਾਇਆ ਜੀਤ ਜਗਤ ਜੀਤ ਬਣ ਜਾਓਗੇ। ਸਲੋਗਨ ਹੈ, ਰੀਅਲ ਗੋਲਡ ਵਿੱਚ ਮੇਰਾਪਨ ਵੀ ਅਲਾਏ ਹੈ, ਖਾਦ ਹੈ ਜੋ ਵੈਲਿਊ ਨੂੰ ਘੱਟ ਕਰ ਦਿੰਦਾ ਹੈ। ਇਸ ਲਈ ਮੇਰੇਪਨ ਨੂੰ ਖਤਮ ਕਰੋ। ਰੀਅਲ ਗੋਲਡ ਵਿੱਚ ਮੇਰਾਪਨ ਵੀ ਖਾਦ ਹੈ ਜੋ ਵੈਲਿਊ ਨੂੰ ਘੱਟ ਕਰ ਦਿੰਦਾ ਹੈ। ਇਸ ਲਈ ਮੇਰੇਪਨ ਨੂੰ ਵੀ ਖਤਮ ਕਰੋ। ਅੱਛਾ, ਓਮ ਸ਼ਾਂਤੀ।